गवर्नमेंट बनी पहली कैबिनेट दे विच असीं दोनों रैगूलर करांगे पहली कैबिनेट दे विच। अज पूरा 5 साल का समा लंघण तो बाद पूरा 5 साल का समा लंघण तो बाद असीं अज भी 6-6 हज़ार के उत्ते काम कर रहे हैं। पंजाब भर दे विच अकैडमिक नॉन अकैडमिक काम असीं स्कूलों दे विच करदे हां। असीं जो साडे परिवार है तुसीं अंदाजा लाओ किवें पलदे होणगे। साडे टैंपरेरी टीचर पूरे पार्ट टाइम जॉब करदे आ, खेतां दे विच काम करदे आ। उस तो इलावा इत्थों जी आवाज आती है वीर जी तुसीं साडे हक च नहीं आए, कृपा करके जे साडे हक च आए तो बोलो ना। सानू दुख दर्द बड़ा उबले पे असीं, साडे दुख दर्द सुन लो, कोई ना बोलो प्लीज प्लीज कोई ना बोलो। असीं पार्ट टाइम जॉब करदे आ, साडे लेडी टीचर है जिहड़े पार्ट टाइम लोग घरां दे विच जाके लोगां दे पोचे मारदे है। कौन MA BEd +2 ETD BA BEd मैं सिर्फ 6 MA कीतियां, टेट क्लियर है, BEd कीती है और मैं 6000 दे विच पूरा 1 महीना कटदा। असीं मंग करदे पंजाब दी सरकार तो सानू SHO साहब कोई खतरा नहीं प्लीज। मैम थोड़ा जिहा अगे हो जाओ, मैम थोड़ा जिहा मर जा अगे आ जाओ बस। असीं पूरे पंजाब दे विच 13,000 अध्यापक सड़कों पर रोंदे आ रहे हैं। जिवें विदेशों की एक एग्जाम्पल है, कहते खाण वाली चीज़ां जिहड़ियां ओह शोरूमां च हुंदियां क्योंकि उन्होंने खा के असीं सेहत बनाउणी हुंदी है और जिहड़े जुत्ते पैरां च पाउणे आ ओह साडे सड़कां दे उत्ते रेहड़ियां दे उत्ते पए हुंदे आ। पर साडे देश दे विच इस तो टोटली उल्टा है। जिहड़े नेशन बिल्डर है ये 13-13 15-15 साल तो सड़कों पर रोंदे पे है, जिन्हें आने वाला भविख बनाना है, नवी जनरेशन बनानी है, अगली पीढ़ी जनरेट करना है। और असीं टैंपरेरी नौकरियों का दुख मनाते हुए आपके दुख दर्द नूं इत्थे पंजाब सरकार अगे सुणाउण आए सी। असीं 16 जून तो इत्थे बैठे आ, लगभग 165 दिन हो गए सानूं बैठिਆਂ नूं। अजे तक पंजाब की सरकार पंजाब का मुख्यमंत्री जो ऐलान करके लगे हुए आ अजे तक साडे कोल नहीं आए। असीं अपील उन्हां कोल करन लई आई सी, तुसीं आए हो, तुहाडा धन्नवाद, तुसीं साडा दुख दर्द महसूस कीता, बहुत बहुत शुक्रिया। बहुत बहुत धन्यवाद जी। बेनती है एक मिनट बुला लेंगे सिर्फ स्टेट कमेटी मैंबर, एक मिनट स्टेट कमेटी मैंबर एक मिनट रहेंगे प्लीज। तो मीडिया ਨੂੰ ਬੇਨਤੀ ਹੈ ਜਦੋਂ ਕੇਜਰੀਵਾਲ ਜੀ ਸੰਬੋਧਨ ਇੱਥੋਂ ਕਰਨਗੇ ਠੀਕ ਹੈ ਸਾਰੇ ਸਾਹਮਣੇ ਗੱਲ ਨੂੰ ਸਮਝੋ ਜੀ। ਦੇਖੋ ਇਹ ਸਟੇਜ ਤੋਂ ਜਦੋਂ ਸੰਬੋਧਨ ਕਰਨਗੇ ਤੇ ਤੁਹਾਡੇ ਕੈਮਰੇ ਸਾਰਾ ਕੁਝ ਆ ਜਾਣਾ। ਹਾਂਜੀ ਆਓ ਜੀ ਹਰਪ੍ਰੀਤ ਕੌਰ ਇੱਕ ਮਿੰਟ ਲਈ। ਸਾਥੀਓ ਪਹਿਲਾਂ ਤਾਂ ਜਿਹੜੀਆਂ ਮੰਗਾਂ ਸੀਗੀਆਂ ਸਾਇਲੈਂਟ ਹੋਊਗੇ ਤੇ ਫਿਰ ਅਸੀਂ ਦੱਸਾਂਗੇ। ਅਸੀਂ ਧੰਨਵਾਦੀ ਹਾਂ ਕਿ ਸਾਡਾ ਦੁੱਖ ਦਰਦ ਸਮਝਦੇ ਹੋਏ ਸਾਡੇ ਵਿੱਚ ਪਹੁੰਚੇ ਭਗਵੰਤ ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ। ਅਸੀਂ ਬਹੁਤ ਧੰਨਵਾਦੀ ਹਾਂ ਕਿਉਂਕਿ 18 ਸਾਲ ਹੋ ਗਏ ਸਾਨੂੰ ਸੜਕਾਂ ਤੇ ਰੋਂਦਿਆਂ ਨੂੰ। 6000 ਰੁਪਇਆ ਤਨਖਾਹ ਲੈਨੇ ਅਸੀਂ ਉਹ ਬੱਚੇ ਪੜ੍ਹਾਏ ਜਿੱਥੇ ਕੋਈ ਜਾ ਨਹੀਂ ਸੀ ਸਕਦਾ, ਜਿੱਥੇ ਕੋਈ ਜਾਂਦਾ ਨਹੀਂ ਸੀ। ਝੁੱਗੀਆਂ ਝੱਪੜੀਆਂ ਦੇ ਬੱਚੇ ਅਸੀਂ ਸਕੂਲਾਂ ਦੇ ਨਾਲ ਜੋੜੇ, ਉਹਨਾਂ ਦਾ ਭਵਿੱਖ ਬਣਾਇਆ। ਉਹ ਅੱਜ ਚੰਗੇ ਮੁਲਾਜ਼ਮ ਬਣ ਗਏ ਪਰ ਸਾਡੇ ਲੋਕ ਅੱਜ ਉੱਥੇ ਹੀ ਖੜੇ ਆ 6000 ਤਨਖਾਹ ਤੇ। ਜਦੋਂ ਸਾਡੇ ਅਧਿਆਪਕ ਤੱਕ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਤੇ ਸਾਨੂੰ ਸਿਲਾਈ ਕਰਨੀ ਪੈਂਦੀ ਆ ਤੇ ਸਾਡੇ ਜਿਹੜੇ ਮੁੰਡੇ ਆ ਉਹ ਆਪਣੇ ਪਿੰਡ 'ਚ ਰੇਹੜੀ ਨਹੀਂ ਲਾਉਂਦੇ, ਕਿਸੇ ਦੂਜੇ ਪਿੰਡ 'ਚ ਲਾਉਂਦੇ ਆ। ਕੋਈ ਇਹ ਨਾ ਕਹਿ ਦੇ ਭਾਈ ਸਾਡਾ ਸਰ ਇੱਥੇ ਰੇਹੜੀ ਲਾਉਂਦਾ ਆ। ਇਸ ਕਰਕੇ ਅੱਜ ਦੇਸ਼ ਦਾ ਭਵਿੱਖ ਦੇਖ ਲਓ। ਸਰਕਾਰਾਂ ਜਾਂਦੀਆਂ ਰਹੀਆਂ ਆਉਂਦੀਆਂ ਰਹੀਆਂ ਪਰ ਅਧਿਆਪਕ 6000 ਵਾਲਾ ਅੱਜ ਵੀ ਉੱਥੇ ਖੜਾ। ਬੜੀ ਸ਼ਰਮ ਦੀ ਗੱਲ ਹੈ ਜਿਹੜੇ ਅਧਿਆਪਕ ਨੇ ਸਮਾਜ ਸਿਰਜਣਾ ਸੀ ਅੱਜ ਉਹ 6000 ਰੁਪਇਆ ਲੈ ਰਿਹਾ। ਸਾਡੀ ਇੱਕੋ ਇੱਕ ਮੰਗਿਆ ਭਾਈ 18 ਸਾਲ ਦਾ ਤਜਰਬਾ ਰੱਖਦੇ ਆ, ਓਵਰ ਏਜ ਹੋ ਗਏ ਆ, 18 ਸਾਲ ਦਿੱਤੇ ਆ ਸਰਕਾਰੀ ਸਕੂਲਾਂ ਨੂੰ, ਸਾਨੂੰ ਮਰਜ ਕੀਤਾ ਜਾਵੇ। ਅਸੀਂ ਜਿਹੜਾ ਪਹਿਲ ਦੇ ਆਧਾਰ ਤੇ ਸਾਨੂੰ ਰੈਗੂਲਰ ਕੀਤਾ ਜਾਵੇ। ਸਾਡੀ ਇੱਕੋ ਇੱਕ ਮੰਗ ਹੈ ਸਾਡੀ ਬਰਾਬਰ ਕੰਮ ਦੇ ਬਦਲੇ ਬਰਾਬਰ ਤਨਖਾਹ ਦਿੱਤੀ ਜਾਵੇ। ਬਾਕੀ ਕੋਈ ਨਾਰਾ ਲਾਓ ਸਾਰੇ ਕੱਚੇ ਅਧਿਆਪਕ ਪੱਕੇ ਕਰੋ, ਕੱਚੇ ਅਧਿਆਪਕ ਪੱਕੇ ਕਰੋ। ਇਨਕਲਾਬੀ ਲੋਕ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਆਵਾਜ਼ ਦੋ ਆਵਾਜ਼ ਦੋ। ਧੰਨਵਾਦ। ਬਹੁਤ ਬਹੁਤ ਧੰਨਵਾਦ। ਦੇਖੋ ਜੀ
ਜਿੰਨਾ ਚਿਰ ਮੀਡੀਆ ਪ੍ਰਸ਼ਾਸਨ ਚ ਨਹੀਂ ਆਉਂਦਾ ਮੈਂ ਪਿੱਛੇ ਬਹਿ ਜਾ, ਅਸੀਂ ਆਏ ਹੋਏ ਮਹਿਮਾਨਾਂ ਨੂੰ ਸਟੇਜ ਤੇ ਨਹੀਂ ਜਾ ਸਕਦੇ। ਪਲੀਜ਼ ਬੇਨਤੀ ਆ, ਪਿੱਛੇ ਆ ਜਾਓ ਜੀ। ਆਏ ਦੇਖੋ, ਆਪਣਾ ਫਰਜ਼ ਆ ਪੰਜਾਬੀਆਂ ਦਾ। ਆਪਾਂ ਦਿੱਲੀ ਦੀਆਂ ਮਹਿਰੂਮਾਂ ਤੇ ਬੈਠੇ 12 ਸਾਲ ਹੋ ਗਏ, 12 ਮਹੀਨੇ ਹੋ ਗਏ ਆਪਾਂ ਨੂੰ। ਆਪਾਂ 12 ਮਹੀਨੇ ਹੋ ਗਏ ਦਿੱਲੀ ਦੀਆਂ ਮਹਿਰੂਮਾਂ ਤੇ ਬੈਠੇ ਕਿਸਾਨਾਂ ਦੇ ਮਜ਼ਦੂਰਾਂ ਦੇ ਅਸੀਂ ਧੀਆਂ ਪੁੱਤਾਂ। ਭਾਜੀ ਗੱਲ ਸੁਣੋ, ਭਾਜੀ ਗੱਲ ਸੁਣੋ, ਸਮਝਦਾਰ ਨਹੀਂ ਸਾਰਾ ਗੱਲ। ਆ ਜਾਓ ਭਾਜੀ। ਹਾਂਜੀ ਬਾਬਾ ਲੱਗਾ ਦੇ ਹਾਂਜੀ ਪਲੀਜ਼ ਪਿੱਛੇ ਆ ਜਾਓ। ਜਦੋਂ ਇਹ ਸਟੇਜ ਤੋਂ ਜੋ ਵੀ ਦੇਖੋ ਸਾਰਿਆਂ ਨੂੰ ਦਿਸਦਾ ਜੀ, ਤੁਹਾਡੀ ਕੈਮਰੇ ਦੀ ਅੱਖ ਸ਼ਿਕਾਇਤ ਹੋ ਜਾਣਾ। ਪਲੀਜ਼ ਭਾਜੀ ਏਦਾਂ ਨਾ ਕਰੋ ਭਾਜੀ। ਹਾਂਜੀ ਅੱਗੇ ਮੇਰੀ ਬੇਨਤੀ ਹੈ। ਹਾਂਜੀ ਪੰਨੂ ਜੀ, ਸੰਸਦ ਪੰਨੂ ਬਸ ਲਾਸਟ ਸਾਡਾ ਬੁਲਾਰਾ ਜੀ। ਔਰ ਅਸੀਂ ਤੋਂ ਬਾਅਦ 1 ਮਿੰਟ ਚ ਆਪਣਾ ਬਰੀਫ ਕਰਕੇ ਭਗਵੰਤ ਮਾਨ ਜੀ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਸੁਣਾਂਗੇ। ਸਾਡੀਆਂ ਭੈਣਾਂ ਵੇਖੀਆਂ ਬੱਚੇ ਲੈ ਕੇ ਬੈਠੀਆਂ। ਹਾਂਜੀ ਬੇਨਤੀ ਆ। ਬਹੁਤ ਹੀ ਸਤਿਕਾਰਯੋਗ ਕੱਚੇ ਦੇ ਸਾਥੀਓ, ਸਭ ਤੋਂ ਪਹਿਲਾਂ ਫਤਿਹ ਬੁਲਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕੋ ਗੱਲ ਕਹਿਣੀ ਚਾਹੁੰਦਾ, ਦੇਖੋ ਆਪਾਂ ਲਗਾਤਾਰ 18 ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ਆਪਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਕੰਮ ਕਰਦੇ ਪਏ ਆ। ਸਾਡੀਆਂ ਕਿਸੇ ਵੀ ਸਰਕਾਰਾਂ ਨੇ ਨਹੀਂ ਸੁਣੀ, ਚਾਹੇ 10 ਸਾਲ ਅਕਾਲੀ ਗਵਰਨਮੈਂਟ ਰਹੀ, 5 ਸਾਲ ਕਾਂਗਰਸ ਦੀ ਗਵਰਨਮੈਂਟ ਰਹੀ, ਕਿਸੇ ਵੀ ਸਰਕਾਰ ਨੇ ਸਾਡਾ ਮਸਲਾ ਹੱਲ ਨਹੀਂ ਕੀਤਾ। ਸਿਰਫ ਸਾਨੂੰ ਲੁੱਟਿਆ ਤੇ ਸਾਨੂੰ ਕੁੱਟਿਆ, ਕਿਉਂਕਿ ਨਗੂਣੀਆਂ ਤਨਖਾਹਾਂ ਦੇ ਉੱਪਰ ਵੀ ਸਾਨੂੰ ਕੰਮ ਕਰਦਾ ਪੈ ਰਿਹਾ। ਸਰਕਾਰ ਦੀ ਮਨਸ਼ਾ ਨਹੀਂ ਹੈਗੀ, ਸਰਕਾਰਾਂ ਸਮੇਂ-ਸਮੇਂ ਤੇ ਬਦਲਦੀਆਂ ਰਹੀਆਂ, ਸਾਡਾ ਕਿਸੇ ਵੀ ਸਰਕਾਰ ਨੇ ਕੁਝ ਨਹੀਂ ਕੀਤਾ। ਮੈਂ ਅੱਜ ਇਹ ਕੱਚੇ ਅਧਿਆਪਕਾਂ ਨੂੰ ਕਹਿਣਾ ਵੀ ਸਾਡਾ ਮੁੱਖ ਮੰਤਰੀ ਮਾਨਯੋਗ ਚੰਨੀ ਸਾਡੇ ਵਿੱਚ ਆ ਕੇ ਉਹਨਾਂ ਨੇ ਸਾਡੀ ਨਹੀਂ ਸੁਣੀ। ਮੈਂ ਦੇਖੋ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਜੀ ਨੇ ਸਾਡੀਆਂ ਆ ਕੇ ਮੁਸ਼ਕਲਾਂ ਸੁਣ ਰਹੇ ਨੇ ਵੀ ਕੱਚੇ ਅਧਿਆਪਕ ਇਸ ਸਮੇਂ ਕਿਵੇਂ ਸੜਕਾਂ ਤੇ ਰੋਲ ਰਹੇ ਨੇ। ਚੰਨੀ ਸਾਹਿਬ ਨੇ ਤਾਂ ਸਾਡਾ ਸੋਚਿਆ ਨਹੀਂ, ਜਿਨ੍ਹਾਂ ਨੂੰ ਆਉਣਾ ਚਾਹੀਦਾ ਸੀ ਉਹ ਨਹੀਂ ਆਏ। ਹੁਣ ਸਾਡੇ ਲਵੇ ਦਿੱਲੀ ਦੇ ਮੁੱਖ ਮੰਤਰੀ ਜੀ ਆਏ ਨੇ, ਸਾਡੀਆਂ ਸਮੱਸਿਆਵਾਂ ਸਾਡੀਆਂ ਮੁਸ਼ਕਲਾਂ ਨੂੰ ਸੁਣਨ। ਮੈਂ ਇਹਦੀ ਗੱਲ ਹੀ ਕਹਿਣਾ ਕਿਉਂਕਿ ਸਮਾਂ ਬਹੁਤ ਘੱਟ ਹੈ। ਮਾਨਯੋਗ ਸੀਐਮ ਅਰਵਿੰਦ ਕੇਜਰੀਵਾਲ ਜੀ, ਭਗਵੰਤ ਮਾਨ ਜੀ ਤੇ ਨਾਲ ਜਰਨੈਲ ਜੀ, ਸਮੂਹ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਸਾਡੇ ਮੁਸ਼ਕਲਾਂ ਸੁਣੀਆਂ ਨੇ। ਧੰਨਵਾਦ। ਹਾਂਜੀ ਮੇਰੀ ਬੇਨਤੀ ਆ, ਕੁਝ ਕੱਚੇ ਅਧਿਆਪਕਾਂ ਤੋਂ ਬਿਨਾਂ ਅਧਿਆਪਕ ਸਾਥੀ ਇੱਥੇ ਅੱਗੇ ਆ ਰਹੇ, ਏਦਾਂ ਨਾ ਕਰੋ। ਸਾਰਿਆਂ ਦੀ ਗੱਲ ਸਟੇਜ ਤੋਂ। ਹੁਣ ਮੈਂ ਬੇਨਤੀ ਕਰੂੰਗਾ ਜਵਿੰਦਰ ਸਿੰਘ ਜੀ ਸੰਧੂ, ਕਨਵੀਨਰ ਪੰਜਾਬ, ਔਰ ਇਹਨਾਂ ਦੇ ਨਾਲ ਇੱਥੇ 1 ਮਿੰਟ ਜੀ, ਇੱਥੇ ਬੋਲਦੇ ਬਈ। ਹਾਂਜੀ ਮੈਂ ਦੱਸਣਾ ਚਾਹਣਾ ਕਿ ਅਸੀਂ ਜੇ 18 ਸਾਲ ਤੋਂ ਕੰਮ ਕਰ ਰਹੇ ਹਾਂ। ਜਿਹੜੀ ਪੰਜਾਬ ਸਰਕਾਰ ਨੇ ਪਿੱਛੇ ਜੇ ਇੱਕ ਸਰਵੇ ਕਰਾਇਆ ਸੀ ਤੇ ਵਾਅਦਾ ਕੀਤਾ ਸੀ ਕਿ ਪੰਜਾਬ ਸਰਕਾਰ ਕਹਿੰਦੀ ਸੀ ਕਿ ਪੰਜਾਬ ਕੇਰਲਾ ਦੇ ਬਰਾਬਰ ਆ ਗਿਆ। ਦੇਖੋ ਜੀ ਉਹ ਅੰਕੜਿਆਂ ਦੀ ਖੇਡ ਆ। ਜੇ ਵਾਕਈ ਇਹ ਸੱਚਾਈ ਆ ਵੀ ਜੇਕਰ ਪੰਜਾਬ ਪਹਿਲੇ ਨੰਬਰ ਤੇ ਹੁੰਦਾ ਤਾਂ ਕੱਚੇ ਅਧਿਆਪਕ ਜਿਹੜੇ 18 ਸਾਲ ਤੋਂ 6000 ਰੁਪਏ ਦੇ ਕੰਮ ਕਰ ਰਹੇ ਆ, ਉਹ 6000 ਰੁਪਏ ਦੇ ਕੰਮ ਨਾ ਕਰਦੇ। ਸਕੂਲਾਂ ਨੂੰ ਰੋਗਨ ਮਾਰ ਦੇ ਨਾਲ ਜਾਂ ਕਲੀ ਕਰ ਦੇ ਨਾਲ ਸਕੂਲ ਸਮਾਰਟ ਨਹੀਂ ਬਣ ਦਿੰਦੇ। ਜਿਹੜੇ ਇਹਨਾਂ ਦੇ ਸਕੂਲ ਦੇ ਵਿੱਚ ਟੀਚਰ ਪੜ੍ਹਾ ਰਹੇ ਨੇ, ਜੇਕਰ ਉਹ 6000 ਰੁਪਏ ਦੇ ਕੰਮ ਕਰਦੇ ਨੇ, ਆਪਣੀ ਸਾਰੀ ਕੁਆਲੀਫਿਕੇਸ਼ਨ ਪੂਰੀ ਕਰਦੇ ਆ, ETT BEd MA PhD ਸਾਰੇ ਟੈਸਟ ਕਲੀਅਰ ਨੇ, ਸਾਰਾ ਕੁਝ ਪੂਰਾ ਕਰਦੇ ਆ, ਤੇ ਅੱਜ 164 ਦਿਨ ਦੇ ਕਰੀਬ ਹੋ ਗਏ ਅਧਿਆਪਕਾਂ ਨੂੰ ਇੱਥੇ ਧਰਨਾ ਲਾ ਕੇ ਬੈਠਿਆ। ਤੇ ਮੈਂ ਇੱਕ ਗੱਲ ਹੋਰ ਧਿਆਨ ਕੇ ਲਾ ਦੇਣਾ ਚਾਹਣਾ, ਆ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਿਲਡਿੰਗ ਬੰਦ ਕੀਤੀ ਹੋਈ ਹੈ, ਗੇਟ ਜਿੰਦੇ ਵਿੱਚ 7 ਡਿਪਾਰਟਮੈਂਟ ਨੇ, ਹੈਲਥ, ਐਜੂਕੇਸ਼ਨ, ਸੈਕੰਡਰੀ ਤੇ ਬੈਂਕ, ਪੋਸਟ ਆਫਿਸ, ਤੇ ਪੰਜਾਬ ਸਰਕਾਰ ਅਜੇ ਸੁੱਤੀ ਪਈ ਆ। ਇੰਡੀਆ ਪੰਜਾਬ ਦਾ ਸਾਰਾ ਸਿਸਟਮ ਇੱਥੋਂ ਚੱਲਦਾ ਹੈ ਤੇ 7 ਡਿਪਾਰਟਮੈਂਟ ਪਿਛਲੇ 11 ਦਿਨਾਂ ਤੋਂ ਬੰਦ ਨੇ, ਜਿੰਦੇ ਕੇ ਕੱਚੇ ਅਧਿਆਪਕ ਬੈਠੇ ਨੇ। ਇੱਥੋਂ ਦਾ ਜਿਹੜਾ ਮੁੱਖ ਮੰਤਰੀ ਹੈ ਤੇ ਸਿੱਖਿਆ ਮੰਤਰੀ ਇੱਕ ਵਾਰ ਵੀ ਸਾਰ ਲੈਣ ਨਹੀਂ ਆਇਆ ਕਿ ਸਾਡੇ ਹਾਈ ਅਥਾਰਟੀ ਦੇ ਜਿਹੜੀ ਬਿਲਡਿੰਗਾਂ ਨੇ ਉਹ ਬੰਦ ਕੀਤੀਆਂ ਨੇ
ਕੱਚੇ ਅਧਿਆਪਕਾਂ ਨੇ, ਪਰ ਅਜੇ ਵੀ ਦੋਨੋਂ ਐਲਾਨ ਤੇ ਐਲਾਨ ਕਰਦੇ ਆ। ਕੱਲ ਵੀ ਮੁੱਖ ਮੰਤਰੀ ਜੀ ਨੂੰ ਮਿਲੇ ਆ, ਮੁੱਖ ਮੰਤਰੀ ਜੀ ਕਹਿੰਦੇ ਹੈਲਥ ਤੇ ਐਜੂਕੇਸ਼ਨ ਸਾਡੀ ਪਹਿਲ ਆ। ਜੇ ਵਾਕਈ ਪਹਿਲ ਆ ਤੇ ਇੱਥੇ ਆ ਕੇ ਗੱਲ ਕਰਨ ਕੱਚੇ ਅਧਿਆਪਕਾਂ ਨਾਲ। ਸੱਚ ਦੇ ਵਿੱਚ ਸੱਚਾਈ ਤੇ ਆ, ਪਹਿਲ ਹੈ ਨਹੀਂ, ਕਾਗਜ਼ਾਂ ਦੇ ਵਿੱਚ ਪਹਿਲ ਆ, ਇਸ ਤੋਂ ਬਾਅਦ ਕੁਝ ਨਹੀਂ ਹੈਗਾ। ਅਸੀਂ ਬੇਨਤੀ ਕਰਾਂਗੇ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਨੂੰ ਵੀ, ਚੰਨੀ ਨੂੰ ਵੀ, ਕਿ ਉਹ ਵੀ ਧਰਨੇ ਦੇ ਵਿੱਚ ਆਉਣ। ਸਾਡੇ ਧਰਨੇ ਦੇ ਵਿੱਚ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੀ ਇੱਥੇ ਬਹਿ ਕੇ ਬੋਲ ਕੇ ਗਏ ਸੀ। ਇਹਨਾਂ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਵੀ ਕਹਿ ਕੇ ਬਹਿ ਕੇ ਬੋਲ ਕੇ ਗਏ ਸੀ। ਇਹਨਾਂ ਦੇ 2 MLA ਬਲਵਿੰਦਰ ਸਿੰਘ ਲਾਡੀ ਉਹ ਵੀ ਇੱਥੇ ਬਹਿ ਕੇ ਬੋਲ ਕੇ ਗਏ ਸੀ। ਸਵਰਗਵਾਸੀ ਇੰਦਰਜੀਤ ਜੀਰਾ ਵੀ ਇੱਥੇ ਬਹਿ ਕੇ ਬੋਲ ਕੇ ਪਾਏ ਸੀ ਧਰਨਿਆਂ ਦੇ ਵਿੱਚ, ਤੇ ਵਾਅਦੇ ਕਰਕੇ ਗਏ ਸੀ। ਮਨਪ੍ਰੀਤ ਬਾਦਲ ਜਿਹੜਾ ਇਹਨਾਂ ਦਾ ਵਿੱਤ ਮੰਤਰੀ ਆ, ਉਹ ਵੀ ਬਠਿੰਡੇ ਸਾਡੇ ਧਰਨੇ ਵਿੱਚ ਬਹਿ ਕੇ ਬੋਲ ਕੇ ਗਿਆ ਸੀ। ਤੇ ਚੋਣ ਮੈਨੀਫੈਸਟੋ ਦੇ ਵਿੱਚ ਵੀ 24 ਨੰਬਰ ਤੇ ਇਹਨਾਂ ਨੇ ਕਿਹਾ ਸੀ ਕਿ ਪ੍ਰੋਟੈਸਟ ਕਰਦੀਆਂ ਜਥੇਬੰਦੀਆਂ ਨੂੰ ਧਰਨੇ ਲਾਉਣ ਦੀ ਲੋੜ ਨਹੀਂ। ਅਸੀਂ ਆਏ ਤੇ ਪਹਿਲ ਦੇ ਆਧਾਰ ਤੇ ਪੱਕੇ ਕਰਾਂਗੇ। ਅੱਜ ਅਸੀਂ ਬੇਨਤੀ ਕਰਦੇ ਹਾਂ ਪੰਜਾਬ ਦੀ ਹਰੇਕ ਪਾਰਟੀ ਨੂੰ ਤੇ ਕਿਸਾਨਾਂ ਨੂੰ, ਕੋਈ ਵੀ ਵਰਗ ਜਿਹੜਾ ਸਾਡੇ ਨਾਲ ਹਮਦਰਦੀ ਰੱਖਦਾ ਹੈ, ਉਹਨਾਂ ਨੂੰ ਬੇਨਤੀ ਕਰਾਂਗੇ ਕਿ ਕੱਚੇ ਅਧਿਆਪਕਾਂ ਦੀ ਆਵਾਜ਼ ਲੈ ਕੇ ਜਾਣ, ਕਿਉਂਕਿ ਜਿਹੜੀ ਕੱਚੇ ਅਧਿਆਪਕਾਂ ਦੀ ਆਵਾਜ਼ ਹੈ ਉਹ ਬਹੁਤ ਜ਼ਰੂਰੀ ਆ। ਆਪਦੀ ਸਾਰੀ ਕੁਆਲੀਫਿਕੇਸ਼ਨ ਪੂਰੀ ਕਰਦੇ ਆ, ਕੋਈ ਵੀ ਕਮੀ ਨਹੀਂ ਹੈਗੀ, ਕੁਛ ਵੀ ਕਮੀ ਨਹੀਂ ਹੈਗੀ। ਤੇ ਕੋਈ ਗੱਲ ਆ ਕਿ ਕੱਚੇ ਅਧਿਆਪਕ ਜਿਹੜੇ 6-6 ਹਜ਼ਾਰ ਦੇ ਸੰਦਾ ਪਾ ਰਿਹਾ, ਉਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਅਸੀਂ ਫਿਰ ਬੇਨਤੀ ਕਰਾਂਗੇ ਵੀ ਸਾਡੇ ਧਰਨੇ ਦੇ ਵਿੱਚ ਕੋਈ ਵੀ ਜਦੋਂ ਆਉਂਦਾ ਹੈ, ਇਹਨੂੰ ਵੋਟਾਂ ਦਾ ਜਾਂ ਲੈ ਕੇ ਨਾ ਮੰਨਿਆ ਜਾਵੇ, ਕਿਉਂਕਿ ਕੱਚੇ ਅਧਿਆਪਕ ਬਹੁਤ ਵੱਡੇ ਪੀੜਤ ਨੇ। ਅਸੀਂ ਇਹ ਗੱਲ ਬੇਨਤੀ ਸਿੱਖਿਆ ਮੰਤਰੀ ਨੂੰ ਵੀ ਕਰਦੇ, ਜਿਹੜੇ ਮੌਜੂਦਾ ਸਿੱਖਿਆ ਮੰਤਰੀ ਨੇ ਟਵੀਟ ਤੇ ਬਹੁਤ ਵੱਡੇ ਟਵੀਟ ਕਰ ਰਹੇ ਨੇ, ਪਰ ਬੇਨਤੀ ਕਰਾਂਗੇ ਜੇ ਸੱਚਮੁੱਚ ਹਮਦਰਦ ਨੇ ਤਾਂ ਕੱਚੇ ਧਰਨਿਆਂ ਦੇ ਜਿਹੜੇ ਕੱਚੇ ਮੁਲਾਜ਼ਮ ਨੇ ਧਰਨੇ ਦੇ ਵਿੱਚ ਆਉਣ। ਧੰਨਵਾਦ ਜੀ। ਹੁਣ ਬੇਨਤੀ ਆ, ਸਟੇਜ ਨੂੰ ਪ੍ਰੋਟੋਕਾਲ ਹੁੰਦਾ ਜੀ, ਇਹ ਪ੍ਰੋਟੋਕਾਲ ਹੁੰਦਾ ਜਦੋਂ ਸੀਨੀਅਰ ਆਗੂ ਬੋਲਦੇ ਆ ਸਟੇਜ ਨੂੰ ਖਾਲੀ ਕਰ ਲਈਏ। ਪਲੀਜ਼ ਅਨੁਸ਼ਾਸਨ ਬਣਾ ਕੇ ਰੱਖਣਾ। ਮੈਂ ਹਰਪਾਲ ਸਿੰਘ ਜੀ ਚੀਮਾ ਸਮੇਂ ਦੀ ਨਿਜਾਤ ਨੂੰ ਵੇਖਦੇ ਹੋਏ ਜੀ ਆਇਆਂ ਆਖਦਾ, ਮਾਫੀ ਚਾਹੁੰਦਾ ਸਟੇਜ ਤੋਂ ਮੌਕਾ ਦੇਣ ਲਈ। ਪ੍ਰਿੰਸੀਪਲ ਬੁੱਧਰਾਮ ਜੀ ਜੋ ਅਧਿਆਪਕਾਂ ਦੇ ਦਰਦ ਨੂੰ ਸਮਝਦੇ ਆ, ਜੀ ਆਇਆਂ ਆਖਦਾ, ਮਾਫੀ ਚਾਹੁੰਦਾ ਸਮੇਂ ਤੋਂ ਸਟੇਜ ਦੇ ਹਿਸਾਬ ਨਾਲ। ਜਰਨੈਲ ਸਿੰਘ ਜੀ ਪੰਜਾਬ ਭਾਰੀ ਸਾਡੇ ਚਾਹੇ ਨੇ, ਉਹਨਾਂ ਨੂੰ ਵੀ ਜੀ ਆਇਆਂ ਆਖਦਾ। MLA ਅਜੇ ਦੱਤ ਜੀ ਉਹ ਵੀ ਸਾਡੇ ਚੱਲ ਕੇ ਆਏ ਨੇ। ਸਮੇਂ ਦੀ ਨਿਜਾਤ ਨੂੰ ਵੇਖਦੇ ਹੋਏ ਸਮਾਂ ਨਹੀਂ ਦੇ ਪਾਵਾਂਗੇ, ਬਟ ਅਸੀਂ 165 ਦਿਨਾਂ ਤੋਂ ਬੈਠੇ ਆ, ਜਦੋਂ ਮਰਜ਼ੀ ਆਓ, ਸਾਡੇ ਦਰਵਾਜ਼ੇ ਖੁੱਲੇ ਆ, ਸਾਂਝੀ ਜਗ੍ਹਾ ਤੇ ਬੈਠੇ ਆ। ਮਾੜੀ ਜੀ ਬੇਨਤੀ ਆ ਕਿ ਜਦੋਂ ਹੁਣ ਸਾਡੇ ਚ ਸਰਦਾਰ ਭਗਵੰਤ ਮਾਨ ਜੀ ਪੰਜਾਬ ਪ੍ਰਧਾਨ ਬੋਲਣਗੇ ਤਾਂ ਸਾਰੇ ਲੋਕ ਉਹਨਾਂ ਨੂੰ ਸੁਣਨਾ ਚਾਹੁੰਦੇ ਨੇ, ਬਾਕੀ ਸਾਰੇ ਬੈਠਣ ਦੀ ਕਿਰਪਾਲਤਾ ਕਰ ਲਓ। ਉਹਨਾਂ ਨੂੰ ਸਟੇਜ ਤੇ ਸੱਦਾ ਦੇਣ ਤੋਂ ਪਹਿਲਾਂ ਥੋੜਾ ਜਿਹਾ ਮਾਹੌਲ ਬਣਾ ਲਈਏ। ਸਰਦਾਰ ਭਗਵੰਤ ਮਾਨ ਜੀ ਬੈਠ ਜਾਓ ਜੀ, ਪਲੀਜ਼ ਏਦਾਂ ਨਾ ਕਰੋ, ਪਲੀਜ਼ ਏਦਾਂ ਨਾ ਕਰੋ, ਪਲੀਜ਼ ਵੇਖੋ ਅਨੁਸ਼ਾਸਨ ਬਣਾਓ ਜੀ। ਸਾਰਿਆਂ ਦੀ ਗੱਲ ਕਰਨਗੇ ਸਰਦਾਰ ਭਗਵੰਤ ਮਾਨ। थोड़ा जो थोड़ा पीछे नजर आ रहा है। इत्थे पंजाब स्कूल सिक्ख्या बोर्ड की बिल्डिंग जिहड़ी है उहदे सामने लगभग 165 दिनों तो अपनियां हकी मंगां नूं लैके दृढ़ इरादे दे नाल ਅੱਗੇ ਵੀ ਇੱਕ ਧਰਨਾ ਲੱਗਿਆ ਹੋਇਆ बैठे अध्यापक जिन्हों कि नेशन बिल्डर कहा जाता है, कौम के निर्माता कहा जाता है, अज वो जिन्हों क्लासां दे विच होना चाहिए सी, जिन्हों बच्चों का भविख बनाउंदे होना चाहिए सी, अज वो अपने भविख नूं लैके चिंतित ने, वो नारे ला रहे ने, वो कुट खा रहे ने। अज तो नहीं, बहुत सालों तो पानियां दी टैंकियां ते चढ़े ने, किते नहरां च छालां मारन ते मजबूर हो रहे ने,
ਉਹ ਇਹ ਨਹੀਂ ਹੈਗਾ ਕਿ ਉਹ ਕੁਆਲੀਫਾਈਡ ਨਹੀਂ ਹੈਗੇ, 2-2 3-3 ਵਾਰੀ ਟੈਟ ਪਾਸ ਨੇ, ETT ਪਾਸ ਨੇ, B.Ed, MSc, PhD, ਕੋਈ ਡਿਗਰੀ ਨਹੀਂ ਛੱਡੀ। ਉਹ ਸਾਰੀਆਂ ਡਿਗਰੀਆਂ ਪਾਸ ਕੀਤੀਆਂ ਹੋਈਆਂ ਨੇ, ਪਰ ਫਿਰ ਵੀ ਆਪਣੇ ਚੁੱਲ੍ਹੇ ਦੀ ਚਿੰਤਾ। ਤਾਂ ਫਿਰ ਅਸੀਂ ਕਿਵੇਂ ਆਪਣੇ ਬੱਚਿਆਂ ਨੂੰ ਬਾਹਰਲੇ ਮੁਲਕਾਂ ਜਾਣ ਤੋਂ ਰੋਕੀਏ ਕਿ ਆਈਲੈਟਸ ਕਰੋ ਤੇ ਭਾਜੋ ਇੱਥੋਂ? ਕਾਰਨ ਜਿਨ੍ਹਾਂ ਨੇ ਸਾਡੇ ਬੱਚਿਆਂ ਦਾ ਭਵਿੱਖ ਬਣਾਉਣਾ ਉਹ ਆਪਣੇ ਭਵਿੱਖ ਲਈ ਲੜਾਈ ਲੜ ਰਹੇ ਨੇ। ਕੋਈ ਇੱਥੇ ਪੁੱਛਦਾ ਨਹੀਂ, ਕੋਈ ਇੱਥੇ ਵਾਲੀਬਾਲ ਹੈ ਨਹੀਂ ਸਾਡਾ। ਆ ਬੈਠੇ ਆ, ਨਵੇਂ ਤਰੀਕੇ ਲੱਭਦੇ ਆ ਕਿ ਖਬਰ ਆ ਜਾਏ ਸਾਡੀ। ਅੱਗਾਂ ਲਾ ਰਹੇ ਨੇ ਟੈਂਕੀਆਂ ਤੇ ਚੜ ਕੇ, ਟਾਵਰਾਂ ਤੇ ਚੜ ਰਹੇ ਆ, ਤੇ ਸਰਕਾਰਾਂ ਸਿਰਫ ਐਲਾਨ ਕਰ ਰਹੀਆਂ ਨੇ, ਸਿਰਫ ਐਲਾਨ। ਸਕੂਲ ਨੂੰ ਬਾਹਰੋਂ ਰੰਗ ਕਰਕੇ ਸਮਾਰਟ ਥੋੜੀ ਬਣਦਾ। ਸਕੂਲ ਦੇ ਅੰਦਰ ਕੀ ਹੋ ਰਿਹਾ ਹੈ? ਸਕੂਲ ਦੇ ਅੰਦਰੋਂ ਬੱਚਾ ਕੀ ਸਿੱਖ ਕੇ ਆ ਰਿਹਾ ਹੈ? ਸਕੂਲ ਦੇ ਅੰਦਰ ਟੀਚਰਾਂ ਨੂੰ ਕੀ ਮਾਹੌਲ ਮਿਲ ਰਿਹਾ ਹੈ? ਮੈਂ ਖੁਦ ਇੱਕ ਟੀਚਰ ਦਾ ਬੇਟਾ, ਮੈਨੂੰ ਪਤਾ ਇਸ ਮਾਹੌਲ ਦਾ। ਕਿੰਨੇ ਸਕੂਲ ਨੇ ਸਿੰਗਲ ਟੀਚਰ ਪੰਜਾਬ 'ਚ, ਕਿੰਨੇ ਸਕੂਲ ਨੇ ਟੀਚਰਲੈਸ, ਕਿੰਨੇ ਸਕੂਲ ਨੇ ਜਿੱਥੇ ਸਿਰਫ ਪੀਐਨ ਹੈ, ਕਿੰਨੇ ਸਕੂਲ ਨੇ ਜਿੱਥੇ ਟੀਚਰ ਸਿਰਫ ਮਿਡ ਡੇ ਮੀਲ ਦੀ ਜ਼ਿੰਮੇਵਾਰੀ ਨਿਭਾਉਂਦੇ ਨੇ। ਕੀ ਕਰਨਗੇ ਫਿਰ ਲੋਕ? ਕੀ ਕਰਨ? ਬਦਨਾਮ ਹੋ ਜਾਂਦੇ ਨੇ ਸਰਕਾਰੀ ਸਕੂਲ ਕਿ ਪੜ੍ਹਾਈ ਹੈ ਨਹੀਂ। ਟੀਚਰਾਂ ਦੀ ਕੁਆਲੀਫਿਕੇਸ਼ਨ 'ਚ ਕੋਈ ਕਮੀ ਨਹੀਂ, ਟੀਚਰਾਂ ਦੀ ਕੁਆਲੀਫਿਕੇਸ਼ਨ 'ਚ ਕੋਈ ਕਮੀ ਨਹੀਂ, ਪਰ 6000 ਰੁਪਏ ਮਹੀਨਾ ਨਰੇਗਾ ਦੀ ਦਿਹਾੜੀ ਤੋਂ ਵੀ ਘੱਟ। ਮਜ਼ਾਕ ਕਰਦੇ ਸਾਡੇ ਨਾਲ, ਇਹ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ? ਵੀਰੋ ਇਹ ਕੋਝਾ ਮਜ਼ਾਕ ਹੈ ਸਾਡੇ ਨਾਲ। ਕੈਡੇਟੀਆਂ ਡਿਗਰੀਆਂ ਲੈ ਕੇ ਪਹਿਲਾਂ ਜਵਾਨੀਆਂ ਗਾਲਤੀਆਂ ਯੂਨੀਵਰਸਿਟੀਆਂ 'ਚ, ਕਾਲਜਾਂ 'ਚ, ਹੁਣ ਧਰਨਿਆਂ ਤੇ ਓਵਰਏਜ ਹੋ ਕੇ ਬੈਠੇ ਬੈਠੇ, ਡਾਂਗਾ ਖਾਂਦੇ ਪਾਣੀ ਦੀਆਂ ਬਾਛੜਾਂ, ਚੁੰਨੀਆਂ ਲੈਂਦੀਆਂ ਨੇ, ਪੱਗਾਂ ਢੈਂਦੀਆਂ ਨੇ, ਡਿਗਰੀ ਲੈ ਕੇ ਘਰੇ ਆ ਜਾਂਦੇ ਆ ਤੇ ਮਾਂ ਕਹਿੰਦੀ ਹੈ ਪੁੱਤ ਭੈਣ ਦਾ ਵਿਆਹ ਕਰਨਾ ਹੈ ਜਾਂ ਡਿਗਰੀ ਲੈ ਕੇ ਸਰਕਾਰ ਕੋਲੇ ਜਾ। ਮਾਂ ਖੰਡ ਵਾਲਾ ਦਹੀਂ ਮੂੰਹ 'ਚ ਪਾ ਕੇ ਸਵੇਰੇ ਸਵੇਰੇ ਤੋਰਦੀ ਹੈ ਪੁੱਤ ਨੂੰ ਚੰਡੀਗੜ੍ਹ, ਡਿਗਰੀ ਲੈ ਕੇ ਆਊਗਾ ਅੱਜ, ਤੇ ਸ਼ਾਮ ਨੂੰ ਉਹੀ ਪੁੱਤ ਪੱਗ ਕੱਛ ਦੇ ਵਿੱਚ ਹੁੰਦੀ ਆ, ਲਹੂ ਲਹਾਨ ਸਿਰ ਲੈ ਕੇ ਆਉਂਦਾ ਹੈ। ਕੀ ਹੋ ਗਿਆ ਪੁੱਤ? ਬੇਬੇ ਲਾਠੀ ਚਾਰਜ ਹੋ ਗਿਆ ਉੱਥੇ ਤੇ ਬਹੁਤ ਮੁੰਡੇ ਕੁੱਟੇ ਗਏ, ਉੱਥੇ ਕੁੜੀਆਂ ਦੀਆਂ ਚੁੰਨੀਆਂ ਲੈ ਗਈਆਂ। ਫਿਰ ਮਾਂ ਦੀ ਬਦਦੁਆ ਨਿਕਲਦੀ ਹੈ, ਤੁਹਾਡਾ ਕੱਖ ਨਾ ਰਹੇ, ਤੁਸੀਂ ਮੇਰੇ ਪੁੱਤ ਨੂੰ ਕੁੱਟਿਆ। ਇਹ ਹੋਊਗਾ ਇਹਨਾਂ ਨਾਲ, ਇਹਨਾਂ ਨਾਲ ਹੋਊਗਾ, ਇਹਨਾਂ ਨਾਲ। ਮਜ਼ਾਕ ਬਣਾ ਲਿਆ ਇਹਨਾਂ ਨੇ ਮੁਲਕ ਦਾ, ਮਜ਼ਾਕ ਬਣਾ ਲਿਆ ਮੁਲਕ ਦਾ ਇਹਨਾਂ ਨੇ। ਆਪਦੀਆਂ ਕੋਠੀਆਂ ਪੈ ਗਈਆਂ, ਮਹਿਲ ਪੈ ਗਏ, ਆਪਦਿਆਂ 1000 ਗੁਣਾ 2000 ਗੁਣਾ ਇਹਨਾਂ ਦੀਆਂ ਆਪਦੀਆਂ ਸੰਪਤੀਆਂ, ਇਹਨਾਂ ਦੀਆਂ ਜਾਇਦਾਦਾਂ ਵੱਧ ਗਈਆਂ, ਤੇ ਅਸੀਂ ਇੱਕ ਡੰਗ ਰੋਟੀ ਤੇ ਆ ਗਏ। ਸਾਨੂੰ ਹਜੇ ਵੀ ਕਹਿੰਦੇ ਇੱਕ ਡੰਗ ਰੋਟੀ ਹੋਰ ਘਟਾ ਦਿਓ। ਅਸੀਂ ਤੁਹਾਡੇ ਨਾਲ ਆ, ਅਸੀਂ ਪੰਜਾਬ ਦੇ ਹਰ ਬੱਚੇ ਦੇ ਨਾਲ ਆ, ਅਸੀਂ ਪੰਜਾਬ ਦੇ ਹਰ ਉਸ ਬੰਦੇ ਦੇ ਨਾਲ ਆ ਜਿਹੜਾ ਆਪਦੀ ਰੋਜੀ ਰੋਟੀ ਆਪ ਕਰਕੇ ਖਾਂਦਾ ਹੈ। ਕੋਈ ਫਿਕਰ ਹੀ ਨਹੀਂ, ਕਿਸੇ ਨੂੰ ਕੋਈ ਫਿਕਰ ਨਹੀਂ, ਫਿਰਦੇ ਤੁਰੇ। ਆ ਹੁਣ ਇੱਧਰ ਨੂੰ ਲੰਘ ਗਿਆ 200 ਗੱਡੀਆਂ ਇੱਧਰ ਨੂੰ ਲੰਘ ਗਈਆਂ। ਕੀ ਕਰਦੇ ਫਿਰਦੇ ਆ? ਐਂ ਕਰ ਦਿਆਂਗੇ ਜੀ, ਇੱਕ ਮੌਕਾ ਹੋਰ ਦਿਓ, ਇੱਕ ਮੌਕਾ ਹੋਰ ਦਿਓ। ਮੌਕੇ ਦਿੰਦੇ ਸਾਡੇ ਮੌਕੇ ਮੁੱਕ ਗਏ ਆ। ਦਫ਼ਤਰਾਂ ਦੇ ਗੇੜੇ ਮਾਰ ਸਾਡੇ ਬਾਪੂਆਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਯਾਰ। ਅਫਸਰ ਨਹੀਂ ਮਿਲਦਾ ਕੋਈ। ਬੁੱਧਵਾਰ ਨੂੰ ਆਇਓ, ਵੀਰਵਾਰ ਨੂੰ ਆਇਓ, ਇਹਨਾਂ ਦੇ ਬੁੱਧਵਾਰ ਵੀਰਵਾਰ ਨਹੀਂ ਆਏ ਕਦੇ। ਬੇਨਤੀਆਂ ਕਰਾ ਕੇ ਆਉਂਦੇ ਸਾਡੇ ਮਾਂ ਪਿਓ ਉੱਥੇ ਅਫਸਰਾਂ ਕੋਲੋਂ, ਤਹਿਸੀਲਾਂ ਚੋਂ, ਕਚਹਿਰੀਆਂ ਚੋਂ। ਕਿਹੜੀ ਆਜ਼ਾਦੀ ਦੀ ਗੱਲ ਕਰਦੇ ਆ ਇਹ? ਆਜ਼ਾਦੀਆਂ ਦੇ ਦਿਹਾੜੇ ਮਨਾਉਂਦੇ ਆ। ਇਹ ਆਜ਼ਾਦੀਆਂ ਸਿਰਫ ਲੀਡਰਾਂ ਦੇ ਮਹਿਲਾਂ 'ਚ ਰਹਿ ਗਈਆਂ। ਇਹ ਆਜ਼ਾਦੀਆਂ ਸਿਰਫ ਲਾਲ ਬੱਤੀ ਵਾਲੀਆਂ ਕਾਰਾਂ 'ਚ ਰਹਿ ਗਈਆਂ। ਇਹ ਆਜ਼ਾਦੀਆਂ ਨੇ ਸਾਡੇ ਘਰਾਂ ਦੇ ਕੁੰਡੇ ਨਹੀਂ ਖੜਕਾਏ। ਇਹ ਆਜ਼ਾਦੀਆਂ ਆਪਣੇ ਘਰਾਂ 'ਚ ਲੈ ਕੇ ਆਉਣੀਆਂ ਨੇ। ਜਿੰਨਾ ਚਿਰ ਆਜ਼ਾਦੀਆਂ ਆਪਣੇ ਘਰਾਂ 'ਚ ਨਹੀਂ ਆਉਂਦੀਆਂ ਉਹਨਾਂ ਚਿਰ ਉਹਨੂੰ ਆਜ਼ਾਦੀ ਨਾ ਕਹੋ। ਜਿੰਦਾਬਾਦ। 6000 ਰੁਪਏ ਤਨਖਾਹ ਤੇ ਮੈਂ ਦੇਖਿਆ B.Ed ਸੀਐਮ ਸਾਹਿਬ
B.Ed M.Ed ਕੀਤੀ ਹੋਈ ਝੋਨਾ ਲਾ ਰਹੇ ਆ, ਦਿਹਾੜੀਆਂ ਕਰ ਰਹੇ। ਪਾਰਟ ਟਾਈਮ ਕੀ ਕਰਨ ਫਿਰ? ਸਕੂਲ ਖਾਲੀ ਹੈ, ਸਕੂਲ ਦੇ ਸਾਹਮਣੇ ਜਿਹੜੀ ਟੈਂਕੀ ਉਹ ਭਰੀ ਪਈ ਹੈ ਟੀਚਰਾਂ ਨਾਲ, ਤੇ ਸਰਕਾਰ ਕਹਿੰਦੀ ਅਸੀਂ ਨੰਬਰ 1 ਆ ਗਏ। ਅੰਕੜਿਆਂ 'ਚ ਹੇਰ ਫੇਰ, ਕਿੱਥੋਂ ਆ ਗਏ ਨੰਬਰ 1 ਯਾਰ? 10ਵੀਂ ਕਲਾਸ ਦੇ ਬੱਚਿਆਂ ਨੂੰ ਫੀਸ ਮਾਫੀ ਦੀ ਅਰਜ਼ੀ ਨਹੀਂ ਲਿਖਣੀ ਆਉਂਦੀ, ਆਪਣਾ ਨਾਂ ਨਹੀਂ ਲਿਖਣਾ ਆਉਂਦਾ। ਆ ਸਾਡੀ ਕੁਆਲਿਟੀ ਇੱਥੇ ਐਜੂਕੇਸ਼ਨ ਦੀ। ਤੁਸੀਂ ਤਾਂ ਮੰਨੇ ਗਏ ਹੋ, ਪੂਰੀ ਦੁਨੀਆ 'ਚ ਤੁਹਾਡੇ ਸਕੂਲਾਂ ਦੀ ਚਰਚਾ, ਦਿੱਲੀ ਦੇ ਸਕੂਲਾਂ ਦੀ। ਆ ਸਾਡੇ ਵੀ ਦੇਖ ਲਿਓ, ਸਾਡੇ ਹਾਲਾਤ ਦੇਖੋ। ਮੈਨੂੰ ਇੱਕ ਬਜ਼ੁਰਗ ਮਿਲਿਆ, ਕਹਿੰਦਾ ਸਾਡੀ ਤਾਂ ਅਗਲੀ ਪੀੜ੍ਹੀ ਵੀ ਗਈ ਪੁੱਤ। ਮੈਂ ਕੀ ਹੋ ਗਿਆ? ਕਹਿੰਦਾ ਬੱਚਾ ਸਰਕਾਰੀ ਸਕੂਲ 'ਚ ਪੜ੍ਹਦਾ ਹੈ। ਮੈਂ ਕਿਹਾ ਟੀਚਰ ਨਹੀਂ ਹੈਗੇ? ਕਹਿੰਦਾ ਟੀਚਰ ਤਾਂ ਹੈਗੇ ਨੇ। ਮੈਂ ਕਿਹਾ ਫਿਰ ਪੜ੍ਹਾਈ ਨਹੀਂ ਹੈਗੀ ਜਾਂ ਕਿਤਾਬਾਂ ਨਹੀਂ ਹੈਗੀਆਂ? ਕਹਿੰਦਾ ਉਹ ਵੀ ਹੈਗੀਆਂ। ਪਰ ਮੈਂ ਕਿਹਾ ਫਿਰ ਕੀ ਹੋ ਗਿਆ? ਕਹਿੰਦਾ ਇਹ ਕਿਹਾ ਹੋਇਆ ਬੱਚਿਆਂ ਨੂੰ ਕਿ ਭਾਵੇਂ ਕਾਪੀ ਜਾਂ ਕਿਤਾਬ ਘਰੇ ਭੁੱਲ ਆਇਓ, ਕੌਲੀ ਤੇ ਚਮਚਾ ਨਹੀਂ ਘਰੇ ਭੁੱਲ ਕੇ ਆਉਣਾ। ਸਿਰਫ ਮਿਡ ਡੇ ਮੀਲ ਦੇਣ ਵਾਲੀਆਂ ਬਿਲਡਿੰਗਾਂ ਬਣ ਕੇ ਰਹਿ ਗਈਆਂ ਸਕੂਲ ਸਰਕਾਰੀ। ਰੋਣ ਆਉਂਦਾ ਜਾ ਕੇ, ਨਾ ਪੀਣ ਵਾਲਾ ਪਾਣੀ ਆ ਉੱਥੇ, ਨਾ ਕੋਈ ਬਾਥਰੂਮ ਆ ਉੱਥੇ। ਅੱਛਾ, ਟੀਚਰਾਂ ਤੋਂ ਪੜ੍ਹਾਈ ਤੋਂ ਬਿਨਾਂ ਹੋਰ ਸਾਰੇ ਕੰਮ ਲੈਂਦੇ ਆ। ਤੁਸੀਂ ਦਿੱਲੀ ਦੇ ਵਿੱਚ ਕਰਤਾ ਕਿ ਟੀਚਰ ਤੋਂ ਪੜ੍ਹਾਈ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਲੈਣਾ। ਤੁਸੀਂ BLO ਜਾਂ ਤੁਸੀਂ ਜਿਹੜੇ ਜਨਗਣਨਾ ਕਰਾਉਣੀ ਹੈ, ਕੋਈ ਹੋਰ ਕੰਮ ਕਰਾਉਣਾ, ਤੁਸੀਂ ਹਾਇਰ ਕਰਦੇ ਹੋ। ਜਿਹੜਾ ਕੋਈ ਬੇਰੁਜ਼ਗਾਰ ਫਿਰਦੇ ਆ ਜਾਂ ਕੋਈ ਹੋਰ ਮਹਿਕਮੇ ਚੋਂ ਹਾਇਰ ਕਰ ਲੈਂਦੇ ਹੋ। ਇੱਥੇ ਕੱਲੀ ਪੜ੍ਹਾਈ ਨਹੀਂ ਕਰਾਉਣੀ ਟੀਚਰ ਤੋਂ, ਬਾਕੀ ਸਾਰਾ ਕੁਝ ਇਹਨਾਂ ਤੋਂ ਕਰਾਉਂਦੇ। ਚਾਹੇ ਉਹ ਕਰੋਨਾ ਵੇਲੇ ਬਾਰਡਰਾਂ ਤੇ ਡਿਊਟੀਆਂ ਲਾਤੀਆਂ ਕਿ ਤੁਸੀਂ ਚੈੱਕ ਕਰਨੇ ਨੇ ਕੌਣ ਆਉਂਦਾ ਕੌਣ ਜਾਂਦਾ। ਲੈ ਦੱਸੋ। ਸੋ ਵੀਰੋ, ਆ ਜਿਹੜੇ 13,000 ਹੋ ਤੁਸੀਂ ਲੋਕਾਂ ਦੇ ਭਵਿੱਖ ਬਣਾਉਣੇ ਸੀ, ਤੁਸੀਂ ਆਪਣੇ ਭਵਿੱਖ ਲਈ ਚਿੰਤਤ ਹੋ। ਤੇ ਆ ਜਿਹੜੇ ਐਲਾਨ ਕਰਦੇ ਫਿਰਦੇ ਆ, ਉਹਨਾਂ ਨੂੰ ਜਿਵੇਂ ਆ ਕਹਿ ਰਹੇ ਸੀ ਮੇਰੇ ਸਟੇਟ ਸੈਕਟਰੀ ਸਾਹਿਬ ਕਿ ਚੰਨੀ ਸਾਹਿਬ ਨੂੰ ਇੱਥੇ ਧਰਨੇ ਤੇ ਆਉਣਾ ਚਾਹੀਦਾ। ਆਉਣਾ ਕਿਉਂ ਚਾਹੀਦਾ? ਇਹ ਧਰਨਾ ਚੁਕਾਉਣਾ ਚਾਹੀਦਾ ਹੈ। ਤੁਹਾਨੂੰ ਜਿਹੜਾ ਅਸ਼ੋਰਮੈਂਟ ਦੇ ਕੇ, ਇੱਥੇ ਕਾਗਜ਼ ਲਿਖਤੀ ਦੇ ਕੇ, ਨੋਟੀਫਿਕੇਸ਼ਨ ਜਾਰੀ ਕਰਕੇ ਧਰਨਾ ਚੁਕਾਉਣਾ ਚਾਹੀਦਾ। ਧਰਨੇ ਤੇ ਆ ਕੇ ਫੋਟੋ ਥੋੜੀ ਖਿਚਾਉਣੀ ਚਾਹੀਦੀ ਹੈ। ਕੱਚੇ ਅਧਿਆਪਕ ਪੱਕੇ ਕਰੋ, ਪੂਰੇ ਕਰੋ। ਮੈਂ ਘਰ ਕੱਚੇ ਪੱਕੇ ਸੁਣੇ ਸੀ, ਇੱਟਾਂ ਕੱਚੀਆਂ ਪੱਕੀਆਂ ਸੁਣੀਆਂ ਸੀ। ਅਧਿਆਪਕ ਕੱਚੇ ਪੱਕੇ ਕੀ ਹੁੰਦੇ ਨੇ? ਜਦੋਂ ਡਿਗਰੀ ਤੁਸੀਂ ਕਰ ਲਈ, ਜਿਹੜੀਆਂ ਕਿਤਾਬਾਂ ਪੜ੍ਹੀਆਂ ਉਹ ਕੱਚੀਆਂ ਸੀ ਜਾਂ ਪੱਕੀਆਂ ਸੀ? ਜਿਹੜੇ ਪੇਪਰ ਦਿੱਤੇ ਕੱਚੇ ਸੀ ਜਾਂ ਪੱਕੇ ਸੀ? ਉਹ ਤਾਂ ਸਾਰੇ ਪੱਕੇ ਦਿੱਤੇ ਆ। ਜਿਹੜੇ ਪੈਸੇ ਫੀਸਾਂ ਭਰੀਆਂ, ਨੋਟ ਕੱਚੇ ਸੀ ਜਾਂ ਪੱਕੇ ਸੀ? ਉਹ ਸਾਰੇ ਅਸਲੀ ਸੀਗੇ। ਤੇ ਤੁਹਾਨੂੰ ਜਿਹੜਾ ਡਿਗਰੀ ਦਿੱਤੀ ਹੈ, ਜਿਹੜਾ ਤੁਹਾਨੂੰ ਨਾਂ ਦਿੱਤਾ, ਉਹ ਕੱਚੇ ਕਿਉਂ? ਕੱਚੇ ਕਿਉਂ ਬਈ? ਹਾਂਜੀ, ਇਹ ਘਰ ਰੋਜ਼ਗਾਰ ਕੈਪਟਨ ਸਾਹਿਬ ਦਾ। ਘਰ ਰੋਜ਼ਗਾਰ ਦੇਾਂਗੇ, ਨੌਕਰੀਆਂ ਦੇਵਾਂਗੇ, ਮਾਫ ਕਰ ਦਿਆਂਗੇ ਕਰਜ਼ੇ ਸਾਰੇ, 5-5 ਮਰਲਿਆਂ ਦੇ ਪਲਾਟ, ਸਮਾਰਟਫੋਨ ਦੇ ਦਿਆਂਗੇ, 2500 ਰੁਪਏ ਬੁਢਾਪਾ ਪੈਨਸ਼ਨ ਦੇ, ਪਤਾ ਨਹੀਂ ਕੀ ਲਿਖ ਦਿੰਦੇ ਆ। ਸੋ ਅਸੀਂ ਤੁਹਾਡੇ ਨਾਲ ਆ, ਤੁਹਾਡੇ ਵਰਗੇ ਆ, ਤੁਹਾਡੇ ਵਰਗੇ ਰਹਾਂਗੇ। 7 ਸਾਲ ਹੋ ਗਏ ਪਾਰਲੀਮੈਂਟ ਦੇ ਵਿੱਚ ਆ, ਇੱਕ ਦਿਨ ਨਹੀਂ ਹਜਾ ਜਾਣ ਦਿੰਦਾ। ਜਦੋਂ ਮੈਨੂੰ ਮੌਕਾ ਮਿਲੇ ਤੇ ਮੈਂ ਨਾ ਬੋਲਾਂ। ਅੱਜ ਫੇਰ ਜਾਊਂਗਾ ਰਾਤ ਨੂੰ, ਪਰਸੋਂ ਨੂੰ ਪਾਰਲੀਮੈਂਟ ਹੈ, ਕਿਸਾਨਾਂ ਦੇ ਬਿੱਲ ਆਉਣਗੇ। ਉੱਥੇ 750 ਕਿਸਾਨ ਜਿਹੜਾ ਮਰ ਗਿਆ ਉਹਨਾਂ ਨੂੰ ਸ਼ਰਧਾਂਜਲੀ ਦਵਾਵਾਂਗੇ। MSP ਦੀ ਗਰੰਟੀ ਦਾ ਬਿੱਲ ਲੈ ਕੇ ਆਉਣ ਦੀ ਜਿਹੜੀ ਮੰਗ ਕਰਾਂਗੇ, ਤੇ ਨਾਲ ਜਿਹੜੇ ਗੁੰਡੇ, ਮਵਾਲੀ, ਅੱਤਵਾਦੀ, ਖਾਲਿਸਤਾਨੀ, ਪਤਾ ਨਹੀਂ ਕੀ ਕਹਿੰਦੇ ਰਹੇ ਨੇ, ਉਹਨਾਂ ਦੀ ਮਾਫੀ ਮੰਗਾਵਾਂਗੇ ਉਹਨਾਂ ਤੋਂ। ਫੇਰ ਬਿੱਲ ਵਾਪਸ ਕਰਨ ਦਾ ਜਿਹੜਾ ਉਹ ਅਸੀਂ ਉਹਨਾਂ ਨੂੰ ਕਹਾਂਗੇ ਫੇਰ ਬਿੱਲ ਵਾਪਸ ਲਿਓ, ਪਹਿਲਾਂ ਮਾਫੀ ਮੰਗੋ ਉਹਨਾਂ ਤੋਂ ਲੋਕਾਂ ਤੋਂ। ਉਹ ਬੈਠੇ 1 ਸਾਲ ਹੋ ਗਿਆ ਉੱਥੇ, ਬਜ਼ੁਰਗ ਸਾਡੇ ਉੱਥੇ ਬੈਠੇ ਆ, ਸਾਲ ਹੋ ਗਿਆ ਜੀ ਉੱਥੇ ਬੈਠੇ, ਮਰੀ ਜਾਂਦੇ ਅੰਨਦਾਤਾ, ਕੋਈ ਪਰਵਾਹ ਨਹੀਂ ਕਿਸੇ ਨੂੰ। ਇੱਕ ਦਿਨ ਆਇਆ ਮੋਦੀ, ਆ ਕੇ ਕਹਿੰਦਾ ਗਲਤੀ ਹੋ ਗਈ। ਇਹ ਕੋਈ ਗੱਲ ਹੈ? ਗਲਤੀ ਹੋ ਗਈ। 1 ਸਾਲ ਹੋ ਗਿਆ ਉੱਥੇ ਬੈਠਿਆਂ ਨੂੰ। ਕਿ ਕਿੰਨਾ ਹਾਲਾਤਾਂ 'ਚ ਬੈਠੇ ਹੋ, ਤੂਫਾਨ ਚੱਲੇ, ਗਰਮੀ ਦੀਆਂ ਲੋਹਾਂ, ਮੀਂਹ, ਝੱਖੜ, ਹਨੇਰੀਆਂ। ਗਲਤੀ ਹੋ ਗਈ ਜੀ। ਅਸੀਂ ਪਹਿਲਾਂ ਕਿਹਾ ਸੀ ਨਾ ਪੰਗੇ ਲਓ, ਨਾ ਅੰਨਦਾਤੇ ਨੂੰ ਛੇੜੋ, ਧਰਤੀ ਨੂੰ ਮਾਂ ਮੰਨਣ ਵਾਲੇ ਨੂੰ ਨਾ ਛੇੜੋ, ਪਰ ਨਹੀਂ। ਸੋ ਸਰਕਾਰਾਂ ਜਿਹੜੀਆਂ ਨੇ, ਇਹਨਾਂ ਦੀ ਧੌਣ ਚੋਂ ਸਰੀਆ ਉਦੋਂ ਹੀ ਨਿਕਲੂਗਾ ਜਦੋਂ ਤੁਸੀਂ ਇਕੱਠੇ ਹੋਵੋਗੇ। ਤੁਹਾਡੇ ਏਕੇ ਦੀ ਮੈਂ ਦਾਦ ਦਿੰਦਾ। ਬਹੁਤ ਬਹੁਤ ਧੰਨਵਾਦ। ਮੈਂ CM ਸਾਹਿਬ ਨੂੰ ਬੇਨਤੀ ਕਰੂੰਗਾ, ਇਹਨਾਂ ਨੂੰ ਦਿੱਲੀ ਦਾ ਵੀ ਮਾਡਲ ਦੱਸਿਓ, ਕਿਵੇਂ ਤੁਸੀਂ ਦਿੱਲੀ 'ਚ ਠੀਕ ਕੀਤਾ ਹੈ। ਇੱਥੇ ਰਹੋ ਕਿਰਪਾ ਕਰਕੇ। ਇਹ ਫਰੇਮ ਅੱਛਾ ਹੈ, ਕਿਰਪਾ ਕਰਕੇ ਮੀਡੀਆ ਵਾਲਿਆਂ ਨੂੰ ਬੋਲਣਾ। ਇੱਥੇ ਨਾਲ ਸਾਰਿਆਂ ਨਾਲ ਸੰਬੋਧਨ ਹੋ ਜਾਣਗੇ। ਦਿੱਲੀ ਦੇ ਵਿੱਚ ਕਿਵੇਂ ਸਿੱਖਿਆ 'ਚ ਕ੍ਰਾਂਤੀ ਲਿਆਂਦੀ ਹੈ ਉਹ ਵੀ ਸੁਣ ਲਿਓ।
ਦਿੱਲੀ ਦੇ ਟੀਚਰਾਂ ਦੀ ਕਿਵੇਂ ਕਾਇਆ ਪਲਟ ਕੀਤੀ ਹੈ ਉਹ ਵੀ ਸੁਣ ਲਿਓ। ਦਿੱਲੀ ਦੇ ਟੀਚਰਾਂ ਨੂੰ ਕਿਵੇਂ ਹੌਸਲਾ ਵਧਾਇਆ, ਮਾਣ ਵਧਾਇਆ, ਉਹ ਸਾਰਾ ਸੁਣ ਲਿਓ। ਫਿਰ ਤੁਹਾਨੂੰ ਪਤਾ ਲੱਗ ਜਾਊਗਾ ਜਦੋਂ ਸਰਕਾਰ ਦੀ ਨੀਅਤ ਸਾਫ਼ ਹੋਵੇ ਉਦੋਂ ਕੰਮ ਕਿਵੇਂ ਹੁੰਦੇ ਨੇ। ਬਹੁਤ ਬਹੁਤ ਧੰਨਵਾਦ। ਇਨਕਲਾਬ ਇਨਕਲਾਬ ਭਗਤ ਸਿੰਘ ਤੇਰੀ ਸੋਚ ਤੇ बहुत बहुत धन्यवाद जी, बहुत बहुत धन्यवाद। प्लीज थोड़ा मीडिया वाले प्लीज इधर हो जाओ सारे, प्लीज गुरदीप जी बेनती है मीडिया वाले इधर हो जाओ ਤਾਂ ਜੋ ਅਸੀਂ ਮਾਨਯੋਗ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੁਹਾਡੇ ਰੂਬਰੂ ਹੋਣ। ਤਾਂ ਸਾਡੀਆਂ ਭੈਣਾਂ 165 ਦਿਨਾਂ ਤੋਂ 13 ਸਾਲਾਂ ਤੋਂ ਬੱਚੇ ਲੈ ਕੇ ਇੱਥੇ ਸ਼ਾਮਲ ਪਈਆਂ, ਨਿੱਕੇ ਨਿੱਕੇ ਬੱਚੇ ਆ। ਮੀਡੀਆ ਵਾਲੇ ਪਲੀਜ਼ ਤੁਹਾਡੇ ਕੈਮਰੇ ਸਾਰਾ ਕੁਝ ਸਕੈਨ ਹੋ ਜਾਣਾ, ਬੜਾ ਸਾਈਡ ਤੇ ਹੋ ਜਾਓ। ਇਸ ਤੋਂ ਪਹਿਲਾਂ ਮੈਂ 1 ਮਿੰਟ ਲੈਣਾ ਬਸ ਤੁਹਾਡਾ ਜੀ। ਹਾਂਜੀ, ਸਭ ਤੋਂ ਬੁਲਾਉਣ ਤੋਂ ਪਹਿਲਾਂ ਅਸੀਂ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਪਲੱਸ 2 ਦੀਆਂ ਕਲਾਸਾਂ ਤੱਕ 13,078 ਟੀਚਰ ਪੜ੍ਹਾ ਰਹੇ ਹਾਂ ਜੀ। ਔਰ ਪਿਛਲੇ 18 ਸਾਲਾਂ ਤੋਂ ਅਸੀਂ ਹਰ ਤਰ੍ਹਾਂ ਦੀ ਕਲਾਸ, ਹਰ ਤਰ੍ਹਾਂ ਦੀ ਇਲੈਕਸ਼ਨ ਡਿਊਟੀ, ਹਰ ਤਰ੍ਹਾਂ ਦੀ ਚੋਣ ਡਿਊਟੀ ਨਿਭਾ ਰਹੇ ਆ। ਸਾਰਿਆਂ ਨੇ ਇਸੇ ਤਰ੍ਹਾਂ ਬਿਰਾਜਮਾਨ ਰਹਿਣਾ। ਆਓ ਦੇਖਦੀਆਂ ਗਰਾਈਆਂ ਜੋ ਸਵਾਗਤ ਕਰਦੇ ਹੋਏ ਸਟੇਜ ਤੇ ਮੈਂ ਨਿਮੰਤਰਣ ਕਰਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਹੜੇ ਸੰਬੋਧਨ ਕਰਨਗੇ। ਬਾਕੀ ਸਾਰੇ ਪ੍ਰਸ਼ਾਸਨ ਬੈਠੇ ਰਹੋ, ਪਲੀਜ਼ ਬੈਠੇ ਰਹੋ ਭਾਜੀ। वाहिगुरु जी का खालसा, वाहिगुरु जी की फतेह। मैं अपनी बात शुरू करूं उसके पहले एक बात आप लोगों से पूछना चाहता हूं। अभी मैं एयरपोर्ट से आ रहा था, मैं दिल्ली से आया, सीधा चंडीगढ़ एयरपोर्ट पे उतरा, वहां से सीधा आपके धरने पे आया हूं। अभी जब एयरपोर्ट से आ रहा था तो 2-2 कदम पे होर्डिंग लगे हुए थे चन्नी साहब के, उसमें लिखा हुआ था कि हमने 36,000 कच्चे कर्मचारी पक्के कर दिए। तो उसमें आप में से भी कई सारे पक्के हुए होंगे, कोई पक्का नहीं किया, तो वो झूठ बोल रहे हैं। क्योंकि मेरे पास अभी थोड़े दिन पहले पंजाब के सफाई कर्मचारी भी आए थे। 36 बंदे भी नहीं हुए। वो सफाई कर्मचारी कह रहे थे जी हमारे को पक्का नहीं कर रहे। तो मैंने कहा जी चन्नी साहब कह रहे हैं 36,000 कर्मचारी पक्के कर दिए, बोले जी हमारा एक भी नहीं करा। तो मैं सोच रहा था कि इतने बड़े बड़े होर्डिंग लगा रखे हैं कि 36,000 कर्मचारी पक्के कर दिए, उसमें ना तो कोई टीचर हुआ ना कोई सफाई कर्मचारी हुआ। तो वो 36,000 सफाई कर्मचारी कौन से पक्के किए, मेरे तो झूठ बोल रहे हैं इसका मतलब। दोस्तों मैं अभी यहाँ पे बैठ के आपके नेताओं की सारी बातें सुन रहा था। उन्होंने बताया कि इसी धरने पे लगभग सारे नेता आ चुके हैं, कैप्टन साहब भी आए, मनप्रीत बादल भी आपके किसी धरने पे पहुंचे, सारे पार्टियों के सारे नेता आ चुके हैं। मेरे ख्याल से आप लोग भी भाषण सुन सुन के पक गए होंगे। जिंदगी आपकी भाषण सुन सुन के बीत गई, जिंदगी आपकी वादे सुन सुन के बीत गई। मैं ये सोच रहा था कि यहाँ बैठे हुए ये लोग सोच रहे होंगे कि ये भी एक आ गया, ये भी अब भाषण देने आ गया, ये भी अब वादे करके चला जाएगा। तो मैं ये पहली चीज तो ये कहना चाहता हूं कि दिल्ली के अंदर आप सब लोगों के दोस्त यार रिश्तेदार रहते होंगे। आपने सुना होगा कि दिल्ली के अंदर शिक्षा व्यवस्था कितनी अच्छी हो गई। सुना है कि नहीं सुना है? बिल्कुल मानते हो अच्छी हो गई। दिल्ली के अंदर जो स्कूल इतने अच्छे हो गए, दिल्ली के अंदर सरकारी स्कूल जो इतने अच्छे हो गए, वो केजरीवाल ने नहीं करे, वो मनीष सिसोदिया ने नहीं करे, वो हमारे टीचर्स ने करे हैं वहां पे। ये मैं आपको खुश करने के लिए नहीं कह रहा। दिल्ली के इतने स्कूलों में 16 लाख बच्चे पढ़ते हैं हमारे दिल्ली के सरकारी स्कूलों में। पंजाब के सरकारी स्कूलों में 24 लाख बच्चे पढ़ते हैं। इन 16 लाख बच्चों का भविष्य पहले, हमारी सरकार बनने के पहले इन 16 लाख बच्चों का भविष्य खतरे में था, अंधकार में था। स्कूलों में कोई पढ़ाई नहीं होती थी, सरकारी स्कूलों का माहौल खराब था। हमारी सरकार आने के बाद क्या हुआ? हमने कोई टीचर नहीं निकाला, वही टीचर काम कर रहे हैं जो पहले काम कर रहे थे। हमने बस माहौल बदल दिया। अब टीचरों को लगने लगा कि ये हमारी सरकार आ गई है, ये हमारे साथ खड़ी है। उन्हीं टीचर्स ने
जो टीचर पहले काम कर रहे थे उन टीचरों ने कमाल करके दिखा दिया, पूरे दिल्ली की शिक्षा व्यवस्था बदल दी। टीचरों के जितने मसले थे वो सारे मसले मैंने ठीक करे और टीचरों ने मेरे बच्चों की पढ़ाई ठीक कर दी। मैं आज केवल ये कहने आया हूं कि मैं भी आपको वादा करके जा रहा हूं कि हमारी सरकार आएगी तो आपको पक्का करेंगे, लेकिन मैं इस बात पे आपको भरोसा दिला रहा हूं कि दिल्ली में करके आया हूं टीचरों के मसले हल, इसीलिए पंजाब के अंदर भी मसले हल करेंगे। मेरे पास अभी पंजाब के, मैं पिछली बार जब आया था लुधियाना में था, कई सारे टीचर्स मेरे से मिलने के लिए आए। उन्होंने बताया जी कई सारे स्कूल ऐसे हैं जिसमें एक भी टीचर नहीं है, 7वीं क्लास तक के स्कूल है। कई सारे स्कूल ऐसे हैं जिसमें एक टीचर है 7वीं क्लास तक का स्कूल। पढ़ाई के नाम पे कुछ भी नहीं है, उस पर पुताई कर देते हैं और उसको स्मार्ट स्कूल बोल देते हैं। मुझे बड़ा दुख है, परसों प्रगट सिंह जी ने, शिक्षा मंत्री हैं, उन्होंने ट्वीट करा कि पंजाब के अंदर बहुत शानदार, देश के सबसे शानदार स्कूल है। मैं उनसे कहना चाहता हूं प्रगट सिंह जी से कि एक बार आके इन टीचर से मिलके इनसे पूछो कि पंजाब के स्कूल कितने अच्छे हैं। ये अपना दर्द बताएंगे आप लोगों को, तब आपको पता चलेगा कि पंजाब के स्कूल कितने अच्छे हैं। अगर आप समस्या ही नहीं समझोगे तो समस्या का समाधान क्या निकालोगे। उन्होंने, टीचरों ने बताया कि हमें 6-6 हजार रुपए तनख्वाह मिलती है हर महीने। हमारे दिल्ली के अंदर 15,000 रुपए मिनिमम वेज है, न्यूनतम मजदूरी है। अगर एक मजदूर ईंट उठाने का, पुताई का काम करता है, उसको 15,000 रुपए मिलते हैं, टीचर को 6,000 रुपए, इतनी डिग्री लेने के बाद। तो मैं आपको केवल ये कहना चाहता हूं, आपके 18 साल, 2003 में आपकी भर्ती हुई थी, 18 साल में 10 साल अकाली दल के थे, उन्होंने कुछ नहीं करा। 8 साल कांग्रेस के थे, उन्होंने कुछ नहीं करा। एक बार, एक मौका आप अपने इस छोटे भाई को देके देखो। एक मौका, एक बात तो मान सकते हैं भाई, जब इन्होंने 10 साल में कुछ नहीं करा, 8 साल में कुछ नहीं करा, तो अब ये तो करने वाले हैं नहीं, ये तो वैसे ही वादे करेंगे आपके पास आके। एक बार ट्राई करके देख सकते हो, अगर हम ना करें तो अगली बार हमें लात मार के भगा देना। एक बार आज मैं आपको कह के जा रहा हूं, क्योंकि जैसे हमने दिल्ली में, हमारा सबसे बड़ा मुद्दा शिक्षा है, आम आदमी पार्टी का, हम भी आंदोलन से निकले हुए हैं, आपकी तरह हम लोग आंदोलन से निकले हुए हैं। सबसे बड़ा मुद्दा शिक्षा है कि जिस भी स्टेट में जाके हम सरकार बनाएंगे, सबसे पहले स्कूल ठीक करेंगे, कॉलेज ठीक करेंगे। तो वो हम आपको खुश किए बिना कर ही नहीं सकते। अगर आपके मन में दर्द रहेगा, अगर आप दुखी रहोगे, तो आप क्लास में नहीं पढ़ा सकते। जब तक हम आपके अंदर भावना ना भरें। दिल्ली के टीचरों को हमने फॉरेन भेजा है ट्रेनिंग करने के लिए। हमारे टीचर कनाडा जाते हैं, इंग्लैंड जाते हैं, अमेरिका जाते हैं, स्विट्जरलैंड जाते हैं, न्यूजीलैंड गए हैं हमारे टीचर ट्रेनिंग करने के लिए। कभी किसी ने सरकारी स्कूल के टीचरों को ट्रेनिंग करने के लिए विदेश भेजा?